ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸੰਦੀਪ ਕੌਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਉਹਨਾਂ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਉਹ ਇੰਨਾ ਸੋਹਣਾ ਉਪਰਾਲਾ ਪੰਜਾਬ ਦੀ ਇਸ ਪਵਿੱਤਰ ਧਰਤੀ 'ਤੇ ਕਰਵਾਉਣ ਜਾ ਰਹੇ ਨੇ, ਜਿਹਦਾ ਕਿ ਬੇਸ਼ੱਕ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ। ਔਰ ਮੈਂ ਆਪਣੇ ਬਾਰੇ ਦੱਸਣਾ ਚਾਹਾਂਗੀ ਕਿ ਮੈਂ ਆਪਣੀ ਸਕੂਲੀ ਪੜ੍ਹਾਈ ਆਪਣੇ ਲੋਕਲ ਪਿੰਡ ਦੇ ਸਕੂਲ ਤੋਂ ਹੀ ਖ਼ਤਮ ਕਰਨ ਤੋਂ ਬਾਅਦ ਬੜੀਆਂ ਮੁਸ਼ਕਿਲਾਂ ਨਾਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਮੈਂ ਮਾਸਟਰਜ਼ ਇਨ ਜੋਗਰਾਫੀ ਕੀਤੀ। ਔਰ ਉਸ ਤੋਂ ਬਾਅਦ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਤੋਂ ਐਮਟੈਕ ਇਨ ਅਰਬਨ ਪਲੈਨਿੰਗ ਨਗਰ ਯੋਜਨਾਕਾਰ ਦੀ ਜੋ ਹੈ ਡਿਗਰੀ ਹਾਸਲ ਕੀਤੀ ਅਤੇ ਅੱਜ ਮੈਂ ਦਿੱਲੀ ਦੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਐਜ਼ ਅ ਨਗਰ ਯੋਜਨਾਕਾਰ ਸੇਵਾਵਾਂ ਨਿਭਾ ਰਹੀ ਹਾਂ। ਅਤੇ ਪੰਜਾਬ ਦੇ ਵੀ ਕੁਝ ਵਿਸ਼ੇਸ਼ ਸ਼ਹਿਰ ਨੇ ਜਿਹਦੇ 'ਚ ਸ੍ਰੀ ਮੁਕਤਸਰ ਸਾਹਿਬ ਹੈ, ਬਠਿੰਡਾ, ਫਿਰੋਜ਼ਪੁਰ, ਅਬੋਹਰ, ਮੋਗਾ, ਇਹਨਾਂ ਦੇ ਮਾਸਟਰ ਪਲਾਨ 'ਤੇ ਕੰਮ ਕਰ ਰਹੀ ਹਾਂ। ਔਰ ਇੱਕ ਸਿੱਖ ਹੋਣ ਦੇ ਨਾਤੇ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦੀ ਹਾਂ ਕਿ ਪੰਜਾਬ ਦੇ ਪੰਥਕ ਮਸਲਿਆਂ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿੰਨਾ ਹੋ ਸਕੇ ਅਸੀਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਆਪਣੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਕਿ ਪੰਜਾਬ ਦਾ ਹਰ ਇੱਕ ਸੁਹਿਰਦ ਸਿੱਖ, ਉਹਦਾ ਇੱਕ ਹੀ ਨਿਸ਼ਾਨਾ ਹੈ ਖਾਲਸਾ ਰਾਜ। ਔਰ ਖਾਲਸਾ ਰਾਜ ਬਣੇਗਾ, ਜ਼ਰੂਰ ਬਣੇਗਾ। ਉਹ ਭਾਵੇਂ ਅੱਜ ਬਣ ਜਾਏ, 10 ਸਾਲ ਬਾਅਦ ਬਣ ਜਾਏ, 50 ਸਾਲ ਬਾਅਦ ਬਣ ਜਾਏ ਜਾਂ 80 ਸਾਲ ਬਾਅਦ ਬਣ ਜਾਏ, ਪਰ ਮੇਰਾ ਮੰਨਣਾ ਇਹ ਆ ਕਿ ਸਾਨੂੰ ਰਿਸੋਰਸਿਸ ਜਨਰੇਟ ਕਰਨ ਵੱਲ ਧਿਆਨ ਦੇਣਾ ਚਾਹੀਦਾ ਕਿ ਜਦੋਂ ਖਾਲਸਾ ਰਾਜ ਬਣੇਗਾ ਸਾਡੇ ਰਿਸੋਰਸਿਸ ਕੀ ਹੋਣਗੇ। ਸਾਨੂੰ ਹਰ ਇੱਕ ਫੀਲਡ 'ਚ ਕੰਮ ਕਰਨ ਦੀ ਲੋੜ ਆ, ਉਹ ਭਾਵੇਂ ਖੇਡ ਹੋਏ, ਵਿਗਿਆਨ ਹੋਏ, ਤਕਨੀਕ ਹੋਏ ਜਾਂ ਟੈਕਨੋਲੋਜੀ, ਕੋਈ ਵੀ ਫੀਲਡ। ਸਾਨੂੰ ਚੰਗੇ ਖਿਡਾਰੀ ਪੈਦਾ ਕਰਨੇ ਨੇ, ਚੰਗੇ ਵਿਗਿਆਨੀ ਵੀ ਪੈਦਾ ਕਰਨੇ ਨੇ, ਚੰਗੇ ਲੇਖਕ ਵੀ ਪੈਦਾ ਕਰਨੇ ਨੇ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਹਰ ਰੋਜ਼ ਇੱਕ ਨਵਾਂ ਨੈਰੇਟਿਵ ਜਿਹੜਾ ਸਿਰਜਿਆ ਜਾਂਦਾ ਸੈਂਟਰ ਵੱਲੋਂ, ਉਹਦਾ ਅਸੀਂ ਜਵਾਬ ਕਿਵੇਂ ਦੇਣਾ। ਅਗਰ ਸਾਡੇ ਨੌਜਵਾਨ ਜੋ ਪੀੜ੍ਹੀ ਹੈ, ਸਾਡੀ ਨਵੀਂ ਪਨੀਰੀ ਆ, ਉਹ ਪੜ੍ਹੇਗੀ, ਕਿਤਾਬਾਂ ਪੜ੍ਹੇਗੀ, ਤਰਕ ਦੇ ਨਾਲ ਉਹਨਾਂ ਦਾ ਜਵਾਬ ਦੇ ਪਾਏਗੀ, ਤਾਂ ਹੀ ਉਹਨਾਂ ਨੂੰ ਮੋੜਿਆ ਜਾ ਸਕਦਾ। ਤਾਂ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਆ ਕਿ ਐਜ਼ ਅ ਅਰਬਨ ਪਲੈਨਰ ਜੋ ਮੇਰਾ ਫੀਲਡ ਹੈ, ਮੈਂ ਉਹਦੇ ਵਿੱਚ ਕਿਸ ਤਰ੍ਹਾਂ ਯੋਗਦਾਨ ਪਾ ਸਕਦੀ ਹਾਂ ਕਿ ਇੱਕ ਮੈਂ ਸੁਨਹਿਰੇ ਜੋ ਪੰਜਾਬ ਦਾ ਭਵਿੱਖ ਆ ਉਹਨੂੰ ਕਿਵੇਂ ਸੰਭਾਲਿਆ ਜਾ ਸਕਦਾ। ਜਿਹਦੇ ਲਈ ਅਸੀਂ ਸੋਲਿਡ ਵੇਸਟ ਮੈਨੇਜਮੈਂਟ 'ਤੇ ਵੀ ਕੰਮ ਕਰਦੇ ਹਾਂ, ਇਨਵਾਇਰਮੈਂਟ 'ਤੇ ਵੀ ਕੰਮ ਕਰਦੇ ਹਾਂ, ਰੂਰਲ ਪਲੈਨਿੰਗ 'ਤੇ ਵੀ ਕੰਮ ਕਰਦੇ ਹਾਂ, ਅਰਬਨ ਪਲੈਨਿੰਗ 'ਤੇ ਵੀ ਕੰਮ ਕਰਦੇ ਹਾਂ। ਮੈਨੂੰ ਲੱਗਦਾ ਕਿ ਮੇਰਾ ਜੋ ਫੀਲਡ ਹੈ ਉਹਦੇ ਵਿੱਚ ਮੈਂ ਬਹੁਤ ਹੀ ਚੰਗਾ ਕਰ ਸਕਦੀ ਹਾਂ। ਇੱਕ ਪਲੇਟਫਾਰਮ ਦੀ ਜ਼ਰੂਰਤ ਹੁੰਦੀ ਆ, ਸਾਥ ਦੀ ਜ਼ਰੂਰਤ ਹੁੰਦੀ ਆ, ਔਰ ਉਹ ਮੇਰੀ ਕੌਮ ਤੋਂ ਮੈਨੂੰ ਜ਼ਰੂਰ ਮਿਲੇਗਾ। ਔਰ ਇਸ ਤੋਂ ਬਾਅਦ SYP ਨਾਲ ਜੁੜਨ ਦਾ ਮੇਰਾ ਮੇਨ ਮਕਸਦ ਇਹੀ ਸੀ ਕਿ ਭਾਵੇਂ ਕਿ ਮੈਂ ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨਾਲ ਜੁੜੀ ਹੋਈ ਹਾਂ ਜਿਹੜੇ ਕਿ ਸੰਘਰਸ਼ ਦੇ ਵਿੱਚ ਹੀ ਜੁੜੀਆਂ, ਜਿਵੇਂ ਕਿ ਪ੍ਰਾਊਡ ਮੌਮਸ ਹੋ ਗਈ, ਉਹ ਇਨਵਾਇਰਮੈਂਟ 'ਤੇ ਕੰਮ ਕਰਦੇ ਨੇ ਸਭ ਲੋਕ। ਇਸੇ ਤਰ੍ਹਾਂ SYP ਨਾਲ ਜੁੜਨ ਦਾ ਔਰ ਇਹਦੇ ਵਿੱਚ ਭਾਗ ਲੈਣ ਦਾ ਮੇਰਾ ਜੋ ਮੇਨ ਮਕਸਦ ਹੈ ਉਹ ਇਹੀ ਹੈ ਕਿ ਕਿੱਦਾਂ ਤੁਸੀਂ ਵੱਧ ਤੋਂ ਵੱਧ ਯੂਥ ਨਾਲ ਤੁਸੀਂ ਕਮਿਊਨੀਕੇਟ ਕਰ ਪਾਓ, ਉਹਨਾਂ ਦੇ ਨਵੇਂ ਵਿਚਾਰ ਸੁਣੋ, ਉਹਨਾਂ ਨੂੰ ਆਪਣੇ ਵਿਚਾਰ ਦੱਸੋ। ਮੈਂ ਕਿਵੇਂ ਅੱਜ ਦੇ ਜੋ ਹੈ ਸਟੂਡੈਂਟਸ ਨੇ ਉਹਨਾਂ ਦਾ ਸੋਚਣ ਦਾ ਨਜ਼ਰੀਆ ਸ਼ਾਇਦ ਮੇਰੇ ਨਾਲੋਂ ਵੱਖਰਾ ਹੋਏਗਾ, ਕਿਉਂਕਿ ਮੈਂ ਅੱਜ ਤੋਂ 5-10 ਸਾਲ ਪਹਿਲਾਂ ਪੜ੍ਹ ਚੁੱਕੀ ਹਾਂ, ਉਹ ਅੱਜ ਪੜ੍ਹ ਰਹੇ ਨੇ, ਉਹਨਾਂ ਦੀਆਂ ਸਮੱਸਿਆਵਾਂ ਹੋਰ ਨੇ, ਮੇਰੀਆਂ ਹੋਰ ਸੀ। ਤਾਂ ਇਹ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਆ ਕਿ ਤੁਸੀਂ ਆਪਣੇ ਕੌਮ ਦੇ, ਆਪਣੇ ਪੰਥ ਦੇ ਜਿਹੜੇ ਅੱਜ ਦੇ ਨਵੀਂ ਜਨਰੇਸ਼ਨ ਹੈ, ਨਵੇਂ ਸਟੂਡੈਂਟਸ ਨੇ, ਉਹਨਾਂ ਨੂੰ ਮਿਲਦੇ ਹੋ, ਉਹਨਾਂ ਨੂੰ ਆਪਣੇ ਐਕਸਪੀਰੀਅੰਸ ਦੱਸਦੇ ਹੋ ਅਤੇ ਉਹਨਾਂ ਤੋਂ ਉਹਨਾਂ ਦੇ ਐਕਸਪੀਰੀਅੰਸ ਲੈਂਦੇ ਹੋ। ਤਾਂ ਇਹ ਇੱਕ ਬਹੁਤ ਵਧੀਆ ਪਲੇਟਫਾਰਮ ਹੋਏਗਾ। ਅਗਰ ਮੈਨੂੰ ਆਉਣ ਦਾ ਮੌਕਾ ਮਿਲੇਗਾ ਤਾਂ ਇਹ ਮੇਰੇ ਲਈ ਇਹ ਬਹੁਤ ਹੀ ਜ਼ਿਆਦਾ ਬੈਨੀਫਿਸ਼ਰੀ ਹੋਏਗਾ, ਜਿਸ ਲਈ ਮੈਂ ਬਹੁਤ ਆਭਾਰੀ ਵੀ ਹੋਵਾਂਗੀ। ਔਰ ਉਸ ਤੋਂ ਬਾਅਦ ਅੱਜ ਅਗਰ ਪੰਜਾਬ ਦੀ ਅਸੀਂ ਹਾਲਤ ਦੇਖੀਏ, ਪੰਜਾਬ 'ਚ ਇੱਕ ਵੈਕਿਊਮ ਸਿਚੁਏਸ਼ਨ ਬਣੀ ਹੋਈ ਆ। ਇਹ ਬਿਲਕੁਲ ਉਵੇਂ ਦੀ ਹੀ ਆ ਜਿਵੇਂ ਦੀ ਸਿਚੁਏਸ਼ਨ 1984 ਤੋਂ ਪਹਿਲਾਂ ਦੀ ਸੀ। ਅੱਜ ਪੂਰੇ ਸੰਸਾਰ ਦੀਆਂ ਨਜ਼ਰਾਂ ਪੰਜਾਬ ਦੀ ਰਾਜਨੀਤੀ 'ਤੇ ਨੇ, ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ 'ਤੇ ਨੇ।
ਔਰ ਪੰਜਾਬ 'ਚ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਵਿੱਚ ਬਹੁਤ ਹੀ ਸੰਭਲਣ ਦੀ ਔਰ ਬਹੁਤ ਹੀ ਫੂਕ ਕੇ ਪੈਰ ਰੱਖਣ ਦੀ ਜ਼ਰੂਰਤ ਆ। ਔਰ ਮੈਂ ਸਮਝਦੀ ਹਾਂ ਕਿ ਹੁਣ ਅਗਰ ਅਸੀਂ ਇਹ ਵੇਲਾ ਸੰਭਾਲ ਲਿਆ ਤਾਂ ਇਹ ਸਾਡੇ ਲਈ ਔਰ ਸਾਡੀ ਭਵਿੱਖ ਦੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਲਈ ਬਹੁਤ ਹੀ ਇਹ ਸੁਚਾਰੂ ਹੋਏਗਾ, ਬਹੁਤ ਹੀ ਸਹਿਯੋਗੀ ਹੋਏਗਾ। ਤੇ ਅਗਰ ਅਸੀਂ ਅੱਜ ਕੁਝ ਕਰਨਾ ਹੈ ਉਹਦੇ ਲਈ ਸਾਨੂੰ ਮਿਲਣਾ ਪਏਗਾ। ਸਾਨੂੰ ਅੱਜ ਦੀ ਨਵੀਂ ਜਨਰੇਸ਼ਨ ਨਾਲ, ਸਾਡੇ ਤੋਂ ਜੋ ਸੀਨੀਅਰ ਨੇ ਉਹਨਾਂ ਨਾਲ ਮਿਲਣਾ ਪਏਗਾ। ਉਹਨਾਂ ਦੇ ਵਿਚਾਰ, ਉਹਨਾਂ ਦੇ ਐਕਸਪੀਰੀਅੰਸ ਸਾਨੂੰ ਕਿੱਦਾਂ ਮਿਲ ਸਕਦੇ ਆ, ਅਸੀਂ ਕਿਵੇਂ ਕੰਮ ਕਰ ਸਕਦੇ ਹਾਂ। ਅੱਜ ਮੈਂ ਦੇਖਦੀ ਹਾਂ ਕਿ 4 ਸਾਲ ਪਹਿਲਾਂ ਔਰ ਅੱਜ 'ਚ ਬਹੁਤ ਜ਼ਿਆਦਾ ਜਿਹੜੀ ਨੌਲੇਜ ਆ ਉਹ ਟਰਾਂਸਫਰ ਹੋਈ ਆ। ਪੰਜਾਬ ਦੀ ਨੌਜਵਾਨੀ ਨੂੰ, ਪੰਜਾਬ ਦੇ ਵੱਡਿਆਂ ਨੂੰ, ਬਜ਼ੁਰਗਾਂ ਨੂੰ ਸਿੱਖ ਸੰਘਰਸ਼ ਬਾਰੇ ਬਹੁਤ ਕੁਝ ਪਤਾ ਚੱਲਿਆ। ਔਰ ਇਹ ਇੱਥੇ ਹੀ ਰੁਕਣਾ ਨਹੀਂ ਚਾਹੀਦਾ, ਇਹ ਅੱਗੇ ਵੱਧਦਾ ਰਹਿਣਾ ਚਾਹੀਦਾ। ਜਿਸ ਦੇ ਲਈ ਜ਼ਰੂਰੀ ਆ ਕਿ ਅਸੀਂ ਇੱਦਾਂ ਦੀਆਂ ਜਿਹੜੀਆਂ ਸਭਾਵਾਂ ਨੇ, ਜਿੱਦਾਂ ਕਿ ਸਿੱਖ ਯੂਥ ਪਾਰਲੀਮੈਂਟ ਆ, ਇਹਦੇ ਵਿੱਚ ਹਿੱਸਾ ਲਈਏ। ਅਸੀਂ ਆਪਣੇ ਨਵੇਂ ਆਈਡੀਆਜ਼ ਦਈਏ ਕਿ ਅਸੀਂ ਕਿਵੇਂ ਕੰਮ ਕਰ ਸਕਦੇ ਹਾਂ। ਆਉਣ ਵਾਲੇ ਪੰਜਾਬ ਔਰ ਖਾਲਸਾ ਰਾਜ ਲਈ ਅਸੀਂ ਕਿਵੇਂ ਸੁਹਿਰਦਤਾ ਨਾਲ ਕੰਮ ਕਰ ਸਕਦੇ ਹਾਂ। ਅੱਜ ਪੰਜਾਬ ਔਰ ਹੁਣ ਜੋ ਇਹਦੇ ਵਿੱਚ ਆਖਰੀ ਸਵਾਲ ਸੀ ਕਿ ਰਾਜਨੀਤੀ ਔਰ ਧਰਮ, ਮੇਰਾ ਮੰਨਣਾ ਇਹ ਆ ਕਿ ਰਾਜਨੀਤੀ ਔਰ ਧਰਮ ਦੋਨੋਂ ਜੁੜੇ ਹੋਏ ਨੇ। ਧਰਮ ਰਾਜਨੀਤੀ ਤੋਂ ਬਿਨਾਂ ਚੱਲ ਸਕਦਾ। ਧਰਮ ਨੂੰ ਰਾਜਨੀਤੀ ਦੀ ਚੱਲਣ ਲਈ ਤਾਂ ਰਾਜਨੀਤੀ ਦੀ ਕੋਈ ਜ਼ਰੂਰਤ ਨਹੀਂ ਹੈਗੀ। ਧਰਮ ਤਾਂ ਅਕਾਲ ਪੁਰਖ ਦਾ ਸਿਰਜਿਆ ਹੋਇਆ ਧਰਮ ਆ, ਪਰ ਰਾਜਨੀਤੀ ਨੂੰ ਚਲਾਉਣ ਲਈ ਧਰਮ ਦੀ ਬਹੁਤ ਜ਼ਰੂਰਤ ਆ। ਧਰਮ ਤੋਂ ਬਿਨਾਂ ਰਾਜਨੀਤੀ ਦਾ ਕੋਈ ਆਧਾਰ ਨਹੀਂ, ਉਹ ਤਾਨਾਸ਼ਾਹ ਬਣ ਜਾਂਦੀ ਹੈ। ਇਹਦੀ ਇੱਕ ਬਹੁਤ ਹੀ ਸੋਹਣੀ ਉਦਾਹਰਨ ਆ ਹਰਿਮੰਦਰ ਸਾਹਿਬ ਦੀ, ਅਕਾਲ ਤਖਤ ਸਾਹਿਬ ਦੀ। ਮੈਂ ਆਰਕੀਟੈਕਚਰ ਦੇ ਫੀਲਡ 'ਚ ਹੀ ਆਰਕੀਟੈਕਚਰ ਔਰ ਪਲੈਨਿੰਗ ਦੇ ਫੀਲਡ 'ਚ ਕੰਮ ਕਰਦੇ ਹੋਣ ਕਰਕੇ ਬੜੀ ਸੋਹਣੀ ਇੱਕ ਉਦਾਹਰਨ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਅਗਰ ਤੁਸੀਂ ਹਰਿਮੰਦਰ ਸਾਹਿਬ ਦਾ ਆਰਕੀਟੈਕਚਰ ਦੇਖੋ ਤਾਂ ਤੁਸੀਂ ਜਿਵੇਂ ਹੀ ਅਕਾਲ ਤਖਤ ਸਾਹਿਬ ਤੋਂ ਦੇਖੋਗੇ ਤਾਂ ਅਕਾਲ ਤਖਤ ਸਾਹਿਬ ਇੱਕ ਰਾਜਨੀਤਿਕ ਸਾਡਾ ਆਧਾਰ ਆ। ਸਿਰਮੌਰ ਸੰਸਥਾ ਸਾਡਾ ਸੁਪਰੀਮ ਕੋਰਟ ਆ। ਸਾਰੇ ਰਾਜਨੀਤਿਕ ਫੈਸਲੇ ਅਕਾਲ ਤਖਤ ਸਾਹਿਬ ਤੋਂ ਲਏ ਜਾਂਦੇ ਆ। ਜਦੋਂ ਤੁਸੀਂ ਅਕਾਲ ਤਖਤ ਸਾਹਿਬ 'ਤੇ ਖੜ੍ਹੇ ਹੋ ਕੇ ਹਰਿਮੰਦਰ ਸਾਹਿਬ ਵੱਲ ਨੂੰ ਮੂੰਹ ਕਰਕੇ ਦੇਖਦੇ ਹੋ ਤਾਂ ਤੁਹਾਨੂੰ ਹਰਿਮੰਦਰ ਸਾਹਿਬ ਸਾਫ਼ ਨਜ਼ਰ ਆਏਗਾ। ਜਿਸ ਦਾ ਅਰਥ ਇਹ ਆ ਕਿ ਜਦੋਂ ਵੀ ਤੁਸੀਂ ਰਾਜਨੀਤਿਕ ਫੈਸਲੇ ਲੈਣੇ ਆ ਉਦੋਂ ਤੁਹਾਨੂੰ ਧਰਮ, ਤੁਹਾਨੂੰ ਗੁਰੂ ਹਮੇਸ਼ਾ ਯਾਦ ਰਹਿਣਾ ਚਾਹੀਦਾ। ਪਰ ਜਦੋਂ ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਹੋਵੋ ਤਾਂ ਤੁਹਾਨੂੰ ਅਕਾਲ ਤਖਤ ਸਾਹਿਬ ਨਜ਼ਰ ਨਹੀਂ ਆਏਗਾ। ਬੜੀ ਸੋਹਣੀ ਆਰਕੀਟੈਕਚਰ ਹੈ ਹਰਿਮੰਦਰ ਸਾਹਿਬ ਦੀ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਪਹਿਲੂ ਨੇ। ਅਤੇ ਗੱਲ ਇਹੀ ਆ ਕਿ ਧਰਮ, ਜਦੋਂ ਤੁਸੀਂ ਧਾਰਮਿਕ ਕਾਰਜ ਕਰ ਰਹੇ ਹੋ ਫਿਰ ਤੁਹਾਨੂੰ ਰਾਜਨੀਤੀ ਯਾਦ ਨਹੀਂ ਰਹਿਣੀ ਚਾਹੀਦੀ, ਪਰ ਰਾਜਨੀਤਿਕ ਕਾਰਜ ਕਰਦੇ ਸਮੇਂ ਤੁਹਾਨੂੰ ਧਰਮ ਹਮੇਸ਼ਾ ਯਾਦ ਰਹਿਣਾ ਚਾਹੀਦਾ। ਸੋ ਮੈਂ ਇੰਨਾ ਹੀ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ। ਉਮੀਦ ਹੈ ਕਿ ਮੈਨੂੰ ਸਿੱਖ ਯੂਥ ਪਾਰਲੀਮੈਂਟ 'ਚ ਜਾਣ ਦਾ ਮੌਕਾ ਮਿਲੇਗਾ। ਅਗਰ ਕੋਈ ਗਲਤੀ ਹੋ ਗਈ ਹੋਵੇ, ਕੁਝ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਂ ਮਾफ़ੀ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।